ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰੀ ਫੰਡਾਂ ਖੇਤੀ ਸਬਸਿਡੀ ਖਤਮ ਕਰਨ ਦੀ ਨਵੀਂ ਚਾਲ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਸਮੁੱਚੇ ਦੇਸ਼ ਦੀ ਕਿਸਾਨੀ ਜਦੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੈਦਾਨ 'ਚ ਉਤਰੀ ਹੋਈ ਹੈ, ਉਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਇੱਕ ਪੱਤਰ ਜਾਰੀ ਕੀਤਾ ਜਾਂਦਾ ਜਿਸ ਵਿੱਚ ਖੇਤੀ ਸਬਸਿਡੀ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਸ਼ਰਤ ਲਾਈ ਜਾਂਦੀ ਹੈ। ਅਸੀਂ ਜਾਣਨਾ ਚਾਹਾਂਗੇ ਪੂਰਾ ਮਾਜਰਾ ਕੀ ਹੈ, ਪੱਤਰ ਵਿੱਚ ਕੀ ਕੁਝ ਉਹਨਾਂ ਨੇ ਲਿਖ ਕੇ ਜਿਹੜਾ ਹੈਗਾ ਸੂਬਿਆਂ ਨੂੰ ਗੱਲ ਕਹੀ ਹੈ। ਵੇਖਿਆ ਜਾਵੇ ਤਾਂ ਕਿਸੇ ਵੀ ਮੁਲਕ ਦੀ ਤਰੱਕੀ ਜਾਂ ਸੂਬੇ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਪੂਰੀ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਹੈਗੀ ਹੈ ਪਾਵਰ ਸੈਕਟਰ 'ਤੇ ਖੜੀ ਹੈ ਜੀ। ਜਾਂ ਆਪਾਂ ਕਹਿ ਰਹੀਏ ਕਿ ਮਨੁੱਖੀ ਜ਼ਿੰਦਗੀ ਦਾ ਜਿਹੜਾ ਮੇਨ ਧੁਰ ਹੈ ਉਹ ਹੁਣ ਸਾਡੀ ਪਾਵਰ ਜਿਹੜਾ ਬਿਜਲੀ ਮੰਤਰਾਲਾ ਹੈ ਜਾਂ ਬਿਜਲੀ ਦਾ ਫੀਲਡ ਹੈ, ਸੈਕਟਰ ਹੈ, ਉਹ ਬਣ ਚੁੱਕਾ ਹੈਗਾ। ਜਿਸ ਤਰ੍ਹਾਂ ਬਿਜਲੀ ਸਾਡੀ ਉੱਨਤੀ ਦੇ ਵਿੱਚ ਆਪਣੀ ਰੋਲ ਪਲੇ ਕਰਦੀ ਹੈ, ਊਰਜਾ ਪਲੇ ਕਰਦੀ ਹੈ, ਉਸੇ ਤਰ੍ਹਾਂ ਹੀ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਸਿਆਸਤਦਾਨ ਹੈ, ਪੋਲੀਟੀਕਲ ਪਾਰਟੀਆਂ ਨੇ, ਉਹ ਬਿਜਲੀ ਸੈਕਟਰ ਦੇ ਕੰਧਾੜੇ ਚੜ੍ਹ ਕੇ ਆਪਣੀ ਜਿਹੜੀ ਵੋਟ ਦੀ ਰਾਜਨੀਤੀ ਕਰਦੀਆਂ ਨੇ। ਜਿਵੇਂ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਵੀ ਵੋਟਾਂ ਨੇੜੇ ਆਉਂਦੀਆਂ ਨੇ ਤਾਂ ਸਭ ਤੋਂ ਵੱਧ ਜੇ ਮਿਸਯੂਜ਼ ਹੁੰਦਾ ਹੈ ਤਾਂ ਉਹ ਪਾਵਰ ਸੈਕਟਰ ਦਾ ਹੁੰਦਾ ਹੈ। ਤਾਂ ਦੇਖਿਆ ਜਾਵੇ ਤਾਂ ਜਿਹੜਾ ਹੁਣ ਜਿਸ ਮੁੱਦੇ ਦੀ ਅਸੀਂ ਗੱਲ ਕਰਨੀ ਹੈਗੀ ਹੈ ਉਹ ਹੈਗਾ ਕਿ ਕੇਂਦਰੀ ਜਿਹੜਾ ਵਿੱਤ ਮੰਤਰਾਲਾ ਹੈ ਕੇਂਦਰ ਸਰਕਾਰ ਦਾ, ਉਹਨੇ ਇੱਕ ਪੱਤਰ ਜਾਂ ਫਰਮਾਨ ਜਾਰੀ ਕੀਤਾ ਹੈ ਸਾਰੇ ਸੂਬਾ ਸਰਕਾਰਾਂ ਨੂੰ। ਤਾਂ ਇਹਦੇ ਵਿੱਚ ਦੋ ਮੁੱਖ ਤੌਰ 'ਤੇ ਚੀਜ਼ਾਂ ਨੂੰ ਫੋਕਸ ਕੀਤਾ ਗਿਆ ਹੈ। ਇੱਕ ਤਾਂ ਉਹ ਐਗਰੀਕਲਚਰ ਸਬਸਿਡੀ ਦੀ ਗੱਲ ਕੀਤੀ ਗਈ ਹੈ, ਦੂਸਰਾ ਹੈਗਾ ਕਿ ਉਹਦੇ ਵਿੱਚ ਜਿਹੜੇ ਸੂਬਿਆਂ ਦੇ ਬਿਜਲੀ ਬੋਰਡ ਨੇ ਜਾਂ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ। ਤਾਂ ਜਦੋਂ ਇਸ ਵੇਲੇ ਆਪਾਂ ਦੇਖਦੇ ਹਾਂ ਪਿਛਲੇ ਤਕਰੀਬਨ 6.5 ਮਹੀਨਿਆਂ ਦਾ ਅਰਸਾ ਹੋ ਚੁੱਕਾ ਹੈ ਕਿ ਸਾਡੀਆਂ ਜਿਹੜੀਆਂ ਕਿਸਾਨ ਧਿਰਾਂ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਹੈ ਉਹ ਕੇਂਦਰ ਵੱਲੋਂ ਬਣਾਏ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਖਿਲਾਫ ਇੱਕ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਤਾਂ ਚੇਤੇ ਹੋਏਗਾ ਕਿ ਜਦੋਂ 3 ਖੇਤੀ ਕਾਨੂੰਨ ਆਏ ਸੀਗੇ ਉਹਦੇ ਨਾਲ ਹੀ ਇੱਕ ਇਲੈਕਟ੍ਰੀਸਿਟੀ ਅਮੈਂਡਮੈਂਟ ਐਕਟ ਵੀ ਪਾਰਲੀਮੈਂਟ ਦੇ ਵਿੱਚ ਆਉਣਾ ਸੀਗਾ, ਪਰ ਕਿਸਾਨਾਂ ਦੇ ਵਿਰੋਧ ਕਰਕੇ ਉਹ ਜਿਹੜੀ ਤੋਮਰ ਨਾਲ ਮੀਟਿੰਗਾਂ ਹੋਈਆਂ ਸੈਂਟਰ ਸਰਕਾਰ ਨਾਲ 11 ਗੇਟ ਦੀਆਂ, ਉਹਦੇ ਵਿੱਚ ਉਸ ਨੂੰ ਫਿਲਹਾਲ ਡੈਫਰ ਕਰ ਦਿੱਤਾ ਗਿਆ ਸੀ। ਤਾਂ ਜੇ ਹੁਣ ਆਪਾਂ ਨਜ਼ਰ ਮਾਰੀਏ ਇਹ ਮੌਜੂਦਾ ਪੱਤਰ ਜਿਹੜਾ 9 ਜੂਨ ਨੂੰ ਸੈਂਟਰ ਸਰਕਾਰ ਨੇ ਜਾਰੀ ਕੀਤਾ ਹੈ ਤਾਂ ਉਹਦਾ ਇੱਕ ਤਰ੍ਹਾਂ ਦਾ ਤੋੜ ਹੈ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਇਲੈਕਟ੍ਰੀਸਿਟੀ ਅਮੈਂਡਮੈਂਟ ਐਕਟ ਸੀ ਉਹਨੂੰ ਇੱਕ ਬਦਲਵੇਂ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਕਿਉਂਕਿ ਦੂਸਰੀ ਤਰਫ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ, ਪਰ ਅੰਦਰ ਖਾਤੇ ਸੈਂਟਰ ਗੌਰਮੈਂਟ ਇਸ ਗੱਲ 'ਤੇ ਹਜੇ ਰੁਕੀ ਨਹੀਂ। ਉਹਨੇ ਆਪਣੀਆਂ ਜਿਹੜੀਆਂ ਚਾਲਾਂ ਨੇ ਜਾਂ ਸਾਜ਼ਿਸ਼ਾਂ ਨੇ ਉਹ ਉਸੇ ਰੂਪ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖੀਆਂ ਹੋਈਆਂ ਨੇ। ਤਾਂ ਉਹਦਾ ਇੱਕ ਕੜੀ ਜਾਂ ਇੱਕ ਹਿੱਸਾ ਹੀ ਇਹ ਲੈਟਰ ਹੈਗਾ। ਤਾਂ ਇਹ ਲੈਟਰ ਦੇ ਵਿੱਚ ਜਿਹੜਾ ਰਾਹ ਖੁੱਲ੍ਹਦਾ ਹੈ ਉਹ ਹੈਗਾ ਕਿ ਖੇਤੀ ਨੂੰ ਫੋਕਸ ਕੀਤਾ ਗਿਆ ਕਿ ਖੇਤੀ ਨੂੰ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਕਿ ਉਸ ਨੂੰ ਕਿਵੇਂ ਖਤਮ ਕੀਤਾ ਜਾਵੇ। ਇਹ ਗੱਲ ਇਕੱਲੇ ਪੰਜਾਬ ਦੀ ਨਹੀਂ ਹੈ, ਇਹ ਸਾਰੇ ਸੂਬਿਆਂ ਨੂੰ ਲੈਟਰ ਜਾਰੀ ਹੋਇਆ ਉੱਥੋਂ ਦੇ ਜਿਹੜੇ ਚੀਫ ਸੈਕਟਰੀ ਨੇ ਜਾਂ ਪ੍ਰਿੰਸੀਪਲ ਸੈਕਟਰੀ ਨੇ ਮਹਿਕਮਿਆਂ ਦੇ, ਜਾਰੀ ਕੀਤਾ ਗਿਆ। ਔਰ ਇਸ ਲੈਟਰ ਦੇ ਵਿੱਚ ਕੁਝ ਕੰਡੀਸ਼ਨਸ ਲਾਈਆਂ ਗਈਆਂ ਨੇ। ਇਹ ਕਿਹਾ ਗਿਆ, ਇੱਕ ਲਾਲਚ ਦਿੱਤਾ ਗਿਆ ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ, ਸਾਡੀਆਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੀ ਉਹਨਾਂ ਦਾ ਜਿਹੜਾ ਅਰਥਚਾਰਾ ਹੈ ਉਹ ਬੁਰੀ ਤਰ੍ਹਾਂ ਭੰਨਿਆ ਹੋਇਆ ਹੈ। ਤਾਂ ਇਸ ਮੌਕੇ 'ਤੇ ਇੱਕ ਲਾਲਚ ਦਿੱਤਾ ਗਿਆ। ਤਾਂ ਸੈਂਟਰਲ ਗੌਰਮੈਂਟ ਨੇ ਇਹ ਗੱਲ ਕਹੀ ਹੈਗੀ ਹੈ ਕਿ ਅਗਰ ਸੂਬਾ ਸਰਕਾਰਾਂ ਆਪਣੀ GDP ਦੀਆਂ 0.5 ਹੈ ਜਿਹੜਾ ਉਹ ਕਰਜ਼ਾ ਵਾਧੂ ਲੈਣਾ ਚਾਹੁੰਦੀਆਂ ਨੇ, ਜਿਸ ਤਰ੍ਹਾਂ ਆਪਾਂ ਜੇ ਪੰਜਾਬ ਦੇ ਸੰਦਰਭ 'ਚ ਗੱਲ ਕਰਨੀ ਹੋਵੇ ਤਾਂ ਪੰਜਾਬ ਸਰਕਾਰ ਨੂੰ ਲਾਲਚ ਦਿੱਤਾ ਗਿਆ ਕਿ ਜੇ ਅਗਰ ਤੁਸੀਂ 3200 ਕਰੋੜ ਰੁਪਏ ਦਾ ਵਾਧੂ ਕਰਜ਼ਾ ਚੁੱਕਣਾ ਹੈਗਾ ਤਾਂ ਸਾਡੀਆਂ ਤੁਸੀਂ ਇਹਨਾਂ ਜਿਹੜੀਆਂ ਕੰਡੀਸ਼ਨਾਂ ਹੈ ਇਹਨਾਂ 'ਤੇ ਪਹਿਰਾ ਦਿਓ। ਅਗਰ ਤੁਸੀਂ ਇਹਨਾਂ ਕੰਡੀਸ਼ਨਾਂ ਨੂੰ ਮੰਨੋਗੇ ਤਾਂ ਅਸੀਂ ਤੁਹਾਨੂੰ ਇਹ ਜਿਹੜਾ ਕਰਜ਼ਾ ਹੈ ਵਾਧੂ ਚੁੱਕਣ ਦੀ ਜਿਹੜੀ ਪ੍ਰਵਾਨਗੀ ਦੇ ਦਿੱਤੀ ਜਾਏਗੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਲੈਟਰ 'ਤੇ ਜਾਂ ਸੈਂਟਰ ਸਰਕਾਰ ਜਿਹੜੀ ਆਫਰ ਹੈ ਉਸ 'ਤੇ ਕੀ ਸਟੈਂਡ ਲੈਂਦੀ ਹੈਗੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਚੋਣ ਵਾਲਾ ਵਰ੍ਹਾ ਹੈ ਕਿ ਪੰਜਾਬ ਸਰਕਾਰ ਕਿਸੇ ਝਮੇਲੇ ਦੇ ਵਿੱਚ ਪਏਗੀ। ਇਹਦੇ ਵਿੱਚ ਆਤਿਸ਼ ਇੱਕ ਕ੍ਰਾਈਟੇਰੀਆ ਉਹਨਾਂ ਨੇ ਤੈਅ ਕਰ ਦਿੱਤਾ। ਉਹਨਾਂ ਨੇ ਵੱਖ-ਵੱਖ ਜਿਹੜੀਆਂ ਮੱਦਾਂ ਬਣਾ ਦਿੱਤੀਆਂ, ਹਰ ਮੱਦ ਦਾ ਉਹਨਾਂ ਨੇ ਇੱਕ ਆਪਣੇ ਪੁਆਇੰਟ ਸਿਸਟਮ ਰੱਖ ਦਿੱਤਾ ਕਿ ਅਗਰ ਤੁਸੀਂ ਇਹਨਾਂ ਨੂੰ ਪ੍ਰਵਾਨ ਕਰੋਗੇ ਤੁਹਾਡੀ ਇੱਕ ਮੈਰਿਟ ਬਣੇਗੀ, ਉਸ ਮੈਰਿਟ ਦੇ ਲਿਹਾਜ਼ ਨਾਲ ਤੁਸੀਂ ਸੈਂਟਰ ਗੌਰਮੈਂਟ ਤੋਂ ਪ੍ਰਵਾਨਗੀ ਲੈ ਸਕੋਗੇ ਵਾਧੂ ਕਰਜ਼ਾ ਚੁੱਕਣ ਦੀ। ਉਹ ਹੈਗਾ 0.5%, ਜਿਹਦੀ ਆਪਾਂ ਗੱਲ ਕੀਤੀ 3200 ਕਰੋੜ ਰੁਪਏ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹਦੇ ਵਿੱਚ ਪਹਿਲੀ ਜਿਹੜੀ ਕੰਡੀਸ਼ਨ ਲਾਈ ਗਈ ਹੈ ਜਾਂ ਜਿਸ ਨੂੰ ਸਭ ਤੋਂ ਟੌਪ 'ਤੇ ਰੱਖਿਆ ਗਿਆ ਉਹ ਹੈ ਖੇਤੀ ਸਬਸਿਡੀ।
ਕੱਲਾ ਪੰਜਾਬ ਨਹੀਂ, ਹੋਰ ਵੀ 5-6 ਜਿਹੜੇ ਸੂਬੇ ਹੈਗੇ ਨੇ ਉਹਨਾਂ ਦੇ ਵਿੱਚ ਖੇਤੀ ਸਬਸਿਡੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ। ਕਿਤੇ ਪੈਮਾਨਾ ਕੋਈ ਹੋਰ ਹੈ, ਕਿਤੇ ਹੋਰ ਪੈਮਾਨਾ ਰੱਖਿਆ ਗਿਆ। ਅਲੱਗ-ਅਲੱਗ ਨਜ਼ਰੀਏ ਤੋਂ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨਾਂ ਨੂੰ ਅਕੋਮੋਡੇਟ ਕਰਦੀਆਂ ਹੈਗੀਆਂ ਨੇ। ਤਾਂ ਪੰਜਾਬ ਦੇ ਵਿੱਚ ਤਕਰੀਬਨ 14.5 ਲੱਖ ਸਾਡੇ ਖੇਤੀ ਮੋਟਰਾਂ ਦੇ ਕਨੈਕਸ਼ਨ ਨੇ, ਤੇ ਸਾਡਾ ਤਕਰੀਬਨ 7,000 ਕਰੋੜ ਦੇ ਆਸ-ਪਾਸ ਹੈ ਜਿਹੜਾ ਹਰ ਸਾਲ ਬਿਜਲੀ ਸਬਸਿਡੀ ਦਾ ਬਣ ਜਾਂਦਾ ਹੈ। ਤਾਂ ਸੈਂਟਰ ਦਾ ਜਿਹੜਾ ਫਾਈਨਾਂਸ ਮੰਤਰਾਲਾ ਹੈਗਾ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਗਰ ਤੁਸੀਂ ਖੇਤੀ ਸਬਸਿਡੀ ਤੇ ਲੀਕ ਮਾਰ ਦਿਓਗੇ ਤਾਂ ਤੁਹਾਨੂੰ ਸਭ ਤੋਂ ਵੱਧ ਮੈਰਿਟ ਦੇ ਵਿੱਚ ਰੱਖਿਆ ਜਾਏਗਾ। ਮਤਲਬ ਕਿ ਤੁਸੀਂ ਉਹ ਕਰਜ਼ਾ ਚੁੱਕਣ ਦੇ ਵਿੱਚ ਯੋਗ ਹੋ ਸਕੋਗੇ। ਤਾਂ ਦੂਸਰਾ ਪੁਆਇੰਟ ਉਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਹੈ ਉਹ ਹੈਗਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ। ਕਿ ਅਗਰ ਤੁਸੀਂ ਜਿਹੜੀ ਜਿਸ ਤਰ੍ਹਾਂ ਹੁਣ ਸਬਸਿਡੀ ਹੈ, ਹੁਣ ਸਾਡੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਸਬਸਿਡੀ ਹੈ ਜਿਹੜੀ ਬਿਜਲੀ ਤੇ ਖੇਤੀ ਤੇ ਉਹ ਪਾਵਰਕੌਮ ਨੂੰ ਪੇ ਕਰਦੀ ਹੈ, ਔਰ ਪਾਵਰਕੌਮ ਅੱਗੇ ਫ੍ਰੀ ਇਲੈਕਟ੍ਰੀਸਿਟੀ ਐਗਰੀਕਲਚਰ ਸੈਕਟਰ ਨੂੰ ਦਿੰਦਾ ਹੈਗਾ। ਤਾਂ ਇਹਦੇ ਵਿੱਚ ਉਹਨਾਂ ਨੇ ਮੋਡ ਆਪਰੇਸ਼ਨ ਦਾ ਜਿਹੜਾ ਚੇਂਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਜਿਹੜੀ ਸਬਸਿਡੀ ਦੇ ਪੈਸੇ ਪਾਏਗੀ, ਔਰ ਕਿਸਾਨ ਹੈ ਜਿਹੜਾ ਉਹ ਪਾਵਰਕੌਮ ਨੂੰ ਪੇ ਕਰੇਗਾ। ਉਹਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਮੱਦ ਬਣਾ ਦਿੱਤੀ ਗਈ ਕਿ ਅਗਰ ਤੁਸੀਂ ਪਹਿਲੇ ਸਾਲ 5% ਕਿਸਾਨ ਹੈ ਜਿਹੜੇ ਉਹ DBT ਦੇ ਵਿੱਚ ਆਉਣਗੇ, ਫਿਰ ਇਹ 4 ਸਾਲ ਦੀ ਸਕੀਮ ਹੈ ਜਿਹੜੀ ਬਣਾਈ ਗਈ ਹੈਗੀ ਹੈ। ਇੱਕ ਮੱਦ ਇਹ ਰੱਖੀ ਗਈ ਹੈ। ਤੀਸਰੀ ਰੱਖੀ ਗਈ ਹੈ ਕਿ ਸਟੇਟ ਗਵਰਨਮੈਂਟ ਜਿਸ ਤਰ੍ਹਾਂ ਹੁਣ ਸਬਸਿਡੀਆਂ ਪਾਵਰਕੌਮ ਨੂੰ ਪੇ ਕਰਦੀ ਹੈਗੀ ਹੈ ਤਾਂ ਬੜਾ ਲੇਟ ਕਰ ਦਿੱਤੀ ਹੈ। ਪਿਛਲੇ ਸਾਲ ਦੀ 7100 ਕਰੋੜ ਰੁਪਏ ਦੀ ਸਬਸਿਡੀ ਅਜੇ ਵੀ ਸਰਕਾਰ ਨੇ ਜਿਹੜੀ ਪਾਵਰਕੌਮ ਨੂੰ ਦਿੱਤੀ ਨਹੀਂ। ਤਾਂ ਉਹਦੇ ਵਿੱਚ ਇੱਕ ਪੁਆਇੰਟ ਇਹ ਰੱਖਿਆ ਗਿਆ ਕਿ ਤੁਹਾਨੂੰ ਇਹ ਜਿਹੜੀ ਸਬਸਿਡੀ ਆ ਉਹ ਐਡਵਾਂਸ ਦੇਣੀ ਪਏਗੀ। ਸਭ ਤੋਂ ਵੱਡਾ ਨੁਕਤਾ ਜਿਹੜਾ ਉਹਦੇ ਵਿੱਚ ਸਾਹਮਣੇ ਆਇਆ ਸਾਡੇ, ਉਹ ਇਹ ਵੀ ਹੈਗਾ ਕਿ ਖੇਤੀ ਮੋਟਰਾਂ 'ਤੇ ਜਿਹੜਾ ਮੀਟਰ ਲਾਏ ਜਾਣ ਦੀ ਪ੍ਰਪੋਜ਼ਲ ਹੈਗੀ ਉਹਨਾਂ ਦੀ। ਉਹਨਾਂ ਨੇ ਆਫਰ ਕੀਤਾ ਕਿ ਜੇ ਤੁਸੀਂ ਜਿੰਨੀ ਵੀ ਤੁਹਾਡੇ ਟੋਟਲ ਇਲੈਕਟ੍ਰੀਸਿਟੀ ਤੁਸੀਂ ਸੇਲ ਕਰਦੇ ਹੋ, ਜਿੰਨੇ ਵੀ ਤੁਹਾਡੇ ਕਨੈਕਸ਼ਨ ਹੈ, ਉਹਨਾਂ ਨੂੰ ਮੀਟਰਡ ਕਰਨਾ ਹੈਗਾ। ਤੇ ਇਹ ਪਹਿਲਾਂ ਵੀ ਕਈ ਵਾਰ ਰੌਲਾ ਪੈ ਚੁੱਕਿਆ ਹੈ ਕਿ ਜਦੋਂ ਵੀ ਗੱਲ ਚੱਲਦੀ ਹੈ ਖੇਤੀ ਮੋਟਰਾਂ 'ਤੇ ਮੀਟਰ ਲਾਏ ਜਾਣ ਦੀ ਤਾਂ ਕਿਸਾਨ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਤਾਂ ਸੈਂਟਰ ਨੇ ਹੁਣ ਫੇਰ ਇੱਕ ਵਾਰੀ ਜਿਹੜੇ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਇਹ ਆਫਰ ਕੀਤਾ ਹੈ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦਾ ਕੰਮ ਹੈ ਜਿਹੜਾ ਨੇਪਰੇ ਚਾੜੋ, ਤੁਸੀਂ ਉਸ ਨੂੰ ਮੁਕੰਮਲ ਕਰੋ, ਤੇ ਉਹ ਮੁਕੰਮਲ ਕਰਨ ਤੋਂ ਬਾਅਦ ਸਾਡੇ ਕੋਲੋਂ ਜਿਹੜਾ ਵਾਧੂ ਕਰਜ਼ੇ ਦੀ ਪ੍ਰਵਾਨਗੀ ਲੈਣ ਦੇ ਯੋਗ ਹੋ ਸਕਦਾ। ਬਹੁਤ ਸਾਰੀਆਂ ਸਟੇਟਾਂ ਨੂੰ, ਕਿਉਂਕਿ ਹਰ ਸਟੇਟ ਦਾ ਫਾਈਨਾਂਸ ਹੈ ਜਿਹੜਾ ਬੜਾ ਹੇਠਾਂ ਡਿੱਗਿਆ ਹੈਗਾ, ਉਹਨਾਂ ਦਾ ਇਸ ਮਜਬੂਰੀ ਦਾ ਸਟੇਟਾਂ ਦਾ ਸੈਂਟਰ ਸਰਕਾਰ ਫਾਇਦਾ ਵੀ ਉਠਾ ਸਕਦੀ ਹੈ। ਤਾਂ ਇੱਕ ਨੁਕਤਾ ਉਹਦੇ ਵਿੱਚ ਇਹ ਹੈ। ਉਸ ਤੋਂ ਇਲਾਵਾ ਸਾਰੇ ਕੰਜ਼ਿਊਮਰ ਜਿਹੜੇ ਟੋਟਲ, ਚਾਹੇ ਡੋਮੈਸਟਿਕ ਹੈ, ਚਾਹੇ ਇੰਡਸਟਰੀ ਵਾਲਾ ਹੈ, ਚਾਹੇ ਐਗਰੀਕਲਚਰ ਵਾਲਾ ਹੈ, ਉਹਨਾਂ ਲਈ ਇੱਕ ਪ੍ਰੀਪੇਡ ਜਿਹੜਾ ਹੈਗਾ ਸਿਸਟਮ ਉਹਨਾਂ ਲਈ ਜਾਰੀ ਕੀਤਾ ਹੈ ਕਿ ਜਿਸ ਤਰ੍ਹਾਂ ਆਪਾਂ ਮੋਬਾਈਲ ਦਾ ਰੀਚਾਰਜ ਕਰਦੇ ਹਾਂ, ਪ੍ਰੀਪੇਡ ਹੈ, ਇਸ ਤਰ੍ਹਾਂ ਪ੍ਰੀਪੇਡ ਕਨੈਕਸ਼ਨ ਹੈ ਜਿਹੜੇ ਲੈਣ ਦੀ ਵੀ ਮੱਦ ਉਹਦੇ ਵਿੱਚ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਆਤਿਸ਼ ਉਹਦੇ ਵਿੱਚ ਇੱਕ ਜਿਹੜਾ ਬੋਨਸ ਪੁਆਇੰਟ ਦੇ ਵਿੱਚ ਰੱਖਿਆ ਗਿਆ, ਬੋਨਸ ਮਾਰਕਸ ਉਹਨੂੰ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਤੁਹਾਡੀ ਮੈਰਿਟ ਕਿਵੇਂ ਬਣੇਗੀ ਅਗਰ ਤੁਸੀਂ ਵੱਧ ਕਰਜ਼ਾ ਚੁੱਕਣਾ ਹੈ। ਮੈਰਿਟ ਬਣੇਗੀ ਕਿ ਜਿੰਨੀ ਤੁਹਾਡੀ ਜਿਹੜੀ ਬੋਰਡ ਹੈ ਜਾਂ ਕਾਰਪੋਰੇਸ਼ਨ ਆਪਣੇ ਪਾਵਰਕੌਮ ਹੈ, ਅਗਰ ਆਪਣੀ ਟੋਟਲ ਸੇਲ ਕੀਤੀ ਜਾਂਦੀ ਬਿਜਲੀ ਦਾ 50% ਜਿਹੜਾ ਹਿੱਸਾ ਹੈਗਾ ਉਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੰਦਾ ਹੈ, ਤਾਂ ਤੁਹਾਡੀ ਜਿਹੜੀ ਮੈਰਿਟ ਹੈ ਉਹ ਬਿਲਕੁਲ ਟੌਪ 'ਤੇ ਚਲੀ ਜਾਏਗੀ। ਤਾਂ ਹੁਣ ਆਪਾਂ ਟੋਟਲ ਦੇਖੀਏ, ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ, ਉਹਨਾਂ ਨੂੰ ਇੱਕ ਗੱਲ ਹਮੇਸ਼ਾ ਇਹ ਲੱਗਦੀ ਰਹਿੰਦੀ ਹੈਗੀ ਹੈ ਕਿ ਹਰ ਬਿਮਾਰੀ ਦਾ ਜਾਂ ਹਰ ਮਰਜ਼ ਦਾ ਜਿਹੜਾ ਇਲਾਜ ਹੈ ਉਹ ਨਿੱਜੀ ਕਰਨਾ ਹੈ, ਕਿ ਹਰ ਚੀਜ਼ ਨੂੰ ਪ੍ਰਾਈਵੇਟ ਹੱਥਾਂ 'ਚ ਦਿਓ ਤੇ ਉਸ ਚੀਜ਼ ਦਾ ਰੋਗ ਕੱਟਿਆ ਜਾਏਗਾ। ਹਾਲਾਂਕਿ ਆਪਾਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਜਿਉਂਦੀ ਜਾਗਦੀ ਜਿਹੜੀ ਮਿਸਾਲ ਹੈਗੀ ਹੈ ਕਿ ਅਸੀਂ ਜਨਰੇਸ਼ਨ ਦਾ ਜਿਹੜਾ ਕੰਮ ਹੈ ਬਿਜਲੀ ਦਾ ਪ੍ਰਾਈਵੇਟ ਹੱਥਾਂ 'ਚ ਦਿੱਤਾ। ਪ੍ਰਾਈਵੇਟ ਥਰਮਲ ਪਲਾਂਟ ਲੱਗੇ ਨੇ, ਤਾਂ ਬਿਜਲੀ ਕਿੰਨੀ ਮਹਿੰਗੀ ਹੈ, ਸਾਨੂੰ ਕਿੰਨੀ ਕੁ ਰਾਹਤ ਮਿਲੀ ਹੈ। ਤਾਂ ਉਹਦੇ ਵਿੱਚ ਇਹ ਜਿਹੜੇ ਨਵਾਂ ਫਰਮਾਨ ਹੈ ਜਾਂ ਪੱਤਰ ਹੈਗਾ, ਇਹ ਦੋ ਰਾਹ ਖੋਲ੍ਹਦਾ। ਇੱਕ ਤਾਂ ਖੇਤੀ ਸਬਸਿਡੀ ਨੂੰ ਖਤਮ ਕੀਤੇ ਜਾਣ ਦਾ, ਦੂਸਰਾ ਹੈ ਕਿ ਜਿਹੜੇ ਬੋਰਡ ਹੈ ਜਾਂ ਕਾਰਪੋਰੇਸ਼ਨ ਹੈ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ। ਤਾਂ ਇਹ ਵੱਖਰੀ ਗੱਲ ਹੈ ਕਿ ਸਾਡੀ ਸੂਬਾ ਸਰਕਾਰ ਜਾਂ ਦੂਸਰੇ ਸੂਬੇ ਹੈ ਜਿਹੜੇ ਇਸ ਮਾਮਲੇ 'ਤੇ ਕਿਵੇਂ ਸਟੈਂਡ ਲੈਂਦੇ ਨੇ। ਚਰਨਜੀਤ ਜੀ, ਜਿਵੇਂ ਤੁਸੀਂ ਹੁਣੀ ਦੱਸ ਕੇ ਹਟੇ ਹੋ ਵੀ ਕੇਂਦਰ ਸਰਕਾਰ ਨੇ ਜਿਹੜਾ ਵਾਧੂ ਕਰਜ਼ਾ ਲੈਣ ਲਈ ਕਈ ਤਰ੍ਹਾਂ ਦੀ ਸ਼ਰਤਾਂ ਲਾਈਆਂ ਨੇ, ਅਸੀਂ ਜਾਣਨਾ ਚਾਹਾਂਗੇ ਇਹਨਾਂ ਸ਼ਰਤਾਂ 'ਤੇ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਜਿਹੜਾ ਸਟੈਂਡ ਦੇਖਣ ਨੂੰ ਮਿਲ ਸਕਦਾ। ਦੇਖੋ, ਇੱਕ ਗੱਲ ਤਾਂ ਬੜੀ ਸਪਸ਼ਟ ਹੈਗੀ ਹੈ ਕਿ ਇਹ ਇਲੈਕਸ਼ਨ ਈਅਰ ਹੈਗੀ ਹੈ। ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਤਾਂ ਪੰਜਾਬ ਸਰਕਾਰ ਆਪਣੇ ਪੈਰਾਂ 'ਤੇ ਜਿਹੜਾ ਕਦੇ ਵੀ ਇਹ ਕੁਹਾੜਾ ਨਹੀਂ ਮਾਰੇਗੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਹੈ ਉਹ ਕਿਸਾਨੀ ਦਾ ਹੈ। ਖਾਸ ਕਰਕੇ ਜਦੋਂ ਕਿਸਾਨਾਂ ਨੇ ਸੈਂਟਰ ਦੀ ਭਾਜਪਾ ਸਰਕਾਰ ਨਾਲ ਆਪਣੀ ਲੜਾਈ ਵਿੱਢੀ ਹੋਈ ਹੈ, ਤਾਂ ਪੰਜਾਬ ਸਰਕਾਰ ਕਦੇ ਵੀ ਇਹ ਖਤਰਾ ਮੁੱਲ ਨਹੀਂ ਲਏਗੀ ਕਿ ਉਹ ਇਸ ਕਿਸਮ ਦੀਆਂ ਜਿਹੜੀਆਂ ਕੰਡੀਸ਼ਨਾਂ ਨੂੰ, ਸ਼ਰਤਾਂ ਨੂੰ ਪ੍ਰਵਾਨ ਕਰੇਗੀ। ਤੁਹਾਡੇ ਚੇਤੇ ਹੋਏਗਾ ਕਿ
ਥੋੜ੍ਹਾ ਅਰਸਾ ਪਹਿਲਾਂ ਜਿਹੜੀ ਹੈ ਆਹਲੂਵਾਲੀਆ ਕਮੇਟੀ ਵੀ ਬਣੀ ਸੀਗੀ, ਅਤੇ ਆਹਲੂਵਾਲੀਆ ਕਮੇਟੀ ਨੇ ਵੀ ਇਹੀ ਸਿਫਾਰਿਸ਼ਾਂ ਕੀਤੀਆਂ ਸੀ ਜਿਹੜੀਆਂ ਇਸ ਪੱਤਰ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਤਾਂ ਲੋਕਾਂ ਨੇ ਉਦੋਂ ਵੀ ਵਿਰੋਧ ਕੀਤਾ ਸੀ ਅਤੇ ਚੀਫ ਮਿਨਿਸਟਰ ਨੂੰ ਉਦੋਂ ਬਿਆਨ ਦੇਣਾ ਪੈ ਗਿਆ ਸੀ ਕਿ ਅਸੀਂ ਜਿਹੜੀ ਖੇਤੀ ਸਬਸਿਡੀ ਹੈ ਉਹ ਜਾਰੀ ਰਹੇਗੀ। ਵਿਰੋਧੀ ਧਿਰਾਂ ਨੇ ਇਸ ਨੂੰ ਮੁੱਦੇ ਵਜੋਂ ਉਭਾਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਆਖਰ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸਾਡੀ ਜਿਹੜੀ ਪੰਜਾਬ ਸਰਕਾਰ ਨੂੰ ਰੱਦ ਕਰਨਾ ਪਿਆ ਸੀ। ਹੁੰਦਾ ਕੀ ਹੈ ਆਤਿਸ਼, ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਇੱਕ ਸਾਲ ਡਿਵੈਲਪਮੈਂਟ ਕਰਨ, ਇੱਕ ਗਤੀ ਨਾਲ ਡਿਵੈਲਪਮੈਂਟ ਕਰਨ, ਪਰ ਸਰਕਾਰਾਂ ਕੀ ਕਰਦੀਆਂ, ਜਿਵੇਂ ਪੰਜਾਬ ਦੇ ਕੰਟੈਸਟ 'ਚ ਦੇਖੀਏ ਕਿ ਪਹਿਲੇ 4 ਸਾਲ ਕੁਛ ਨਹੀਂ ਕੀਤਾ ਜਾਂਦਾ, ਕਿ ਇਲੈਕਸ਼ਨ ਈਅਰ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈਗਾ। ਅਤੇ ਉਦੋਂ ਕੀ ਹੁੰਦਾ ਕਿ ਉਦੋਂ ਫਿਰ ਮਿਸਯੂਜ਼ ਵੱਜ ਜਾਂਦੀ ਅਦਾਰਿਆਂ ਦੀ, ਕਿ ਜਿਸ ਤਰ੍ਹਾਂ ਹੁਣ ਬੁਢਾਪਾ ਪੈਨਸ਼ਨ ਦੀ ਗੱਲ ਕਰੀਏ ਕਿ ਤੁਸੀਂ 1500 ਕਰਨੀ ਹੈਗੀ ਹੈ, ਤੁਸੀਂ ਵਾਅਦਾ ਤਾਂ ਇਲੈਕਸ਼ਨ ਦੇ ਵਿੱਚ ਕੀਤਾ ਡੇ 1 ਤੋਂ, ਪਰ ਤੁਸੀਂ ਕਰ ਰਹੇ ਹੋ 4.5 ਸਾਲ ਬਾਅਦ ਲਾਗੂ। 4.5 ਸਾਲਾਂ 'ਚ ਕਿੰਨੇ ਬਜ਼ੁਰਗ ਹੈ ਵਿਚਾਰੇ, ਉਹ ਰੱਬ ਨੂੰ ਪਿਆਰੇ ਹੋ ਗਏ ਹੋਣਗੇ ਤੁਹਾਡੀ ਬੁਢਾਪਾ ਪੈਨਸ਼ਨ ਉਡੀਕਦੇ। ਆਸ਼ੀਰਵਾਦ ਸਕੀਮ ਹੈ ਤੁਹਾਡੀ, ਉਹ ਵੀ ਇਸ ਤਰ੍ਹਾਂ ਤੁਸੀਂ 1 ਜੁਲਾਈ ਤੋਂ ਲਾਗੂ ਕਰਨੀ ਹੈਗੀ ਹੈ। ਅਤੇ ਤੁਸੀਂ ਜੋ 4.5 ਸਾਲ ਕੁਛ ਨਹੀਂ ਕਰਦੇ, ਜਾਂ ਗਤੀ ਹੈ ਜਿਹੜੀ ਵਿਕਾਸ ਦੀ ਉਹ ਇੱਕ ਤਰੀਕੇ ਨਾਲ ਨਹੀਂ ਰੱਖਦੇ, ਤਾਂ ਲਾਸਟ ਈਅਰ ਦੇ ਵਿੱਚ ਤੁਸੀਂ ਭੱਜ ਨੱਠ ਕਰਨੀ ਸ਼ੁਰੂ ਕਰ ਦਿੰਦੇ ਹੋ, ਤਾਂ ਉਦੋਂ ਫਿਰ ਵੋਟਰਾਂ ਨੂੰ ਲਾਲਚ ਦੇਣ ਲਈ ਇਸ ਕਿਸਮ ਦੀ ਜਿਹੜੀ ਮਿਸਯੂਜ਼ ਹੈ ਅਦਾਰਿਆਂ ਦੀ ਉਹ ਵਧ ਜਾਂਦੀ ਹੈ। ਅਤੇ ਸਭ ਤੋਂ ਵੱਧ ਜਿਹੜਾ ਨਿਸ਼ਾਨਾ ਬਣਦਾ ਹੈਗਾ ਉਹ ਬਿਜਲੀ ਬੋਰਡ ਬਣਦਾ ਹੈਗਾ, ਪਾਵਰਕੌਮ ਬਣਦਾ ਹੈ। ਚੇਤੇ ਕਰੋ ਕਿ ਜਦੋਂ ਗੱਠਜੋੜ ਦੀ ਸਰਕਾਰ ਸੀ, ਚਲੋ ਹੁਣ ਤਾਂ ਥੋੜ੍ਹੀ ਬ੍ਰੇਕ ਲੱਗੀ ਹੈ, ਕਿ ਉਦੋਂ ਹਰ ਸਾਲ ਕੀ ਹੁੰਦਾ ਸੀ ਕਿ ਜਦੋਂ ਵੀ ਇਲੈਕਸ਼ਨ ਆਉਂਦੀ ਸੀ, ਚਾਹੇ ਲੋਕ ਸਭਾ ਦੀ ਅਤੇ ਚਾਹੇ ਵਿਧਾਨ ਸਭਾ ਦੀ, ਉਸ ਤੋਂ ਪਹਿਲਾਂ ਬੜੀ ਥੋਕ ਦੇ ਵਿੱਚ ਜਿਹੜੇ ਖੇਤੀ ਟਿਊਬਵੈੱਲਾਂ ਦੇ ਕੁਨੈਕਸ਼ਨ ਹੈ ਜਿਹੜੇ ਉਹ ਵੰਡੇ ਜਾਂਦੇ ਸੀਗੇ, ਜਿਹਦੀ ਬਦੌਲਤ ਅੱਜ ਗਿਣਤੀ ਹੈ 14.5 ਲੱਖ ਨੂੰ ਜਿਹੜੀ ਪਹੁੰਚ ਚੁੱਕੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਪੰਜਾਬ ਸਰਕਾਰ ਹੈ ਜਿਹੜੀ ਉਹ ਇਸ ਕਿਸਮ ਦੇ ਰਾਹ ਪਏਗੀ ਕਿ ਜਿਹਦੇ ਨਾਲ ਕਿਸਾਨ ਨਾਰਾਜ਼ ਹੁੰਦੇ ਹੋਣ, ਬਲਕਿ ਸਾਡੀ ਸਟੇਟ ਗੌਰਮੈਂਟ ਨੇ ਤਾਂ ਪਿੱਛੇ ਜਿਹੜੇ ਕਿਸਾਨਾਂ 'ਤੇ ਪਰਚੇ ਦਰਜ ਹੋਏ ਸੀਗੇ ਉਹ ਵੀ ਵਾਪਸ ਲੈਣੇ ਸ਼ੁਰੂ ਕੀਤੇ ਨੇ। ਤਾਂ ਦੇਖਣਾ ਬਣਦਾ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਕੀ ਰੁਖ ਲੈਂਦੀ ਹੈ, ਪਰ ਮੇਰਾ ਜਿਹੜਾ ਹੈਗਾ ਗੈਸ ਇਹੀ ਹੈ ਕਿ ਸਰਕਾਰ ਇਸ ਕਿਸਮ ਦੇ ਪੰਗੇਬਾਜ਼ੀ ਦੇ ਵਿੱਚ ਨਹੀਂ ਪਏਗੀ। ਚਰਨਜੀਤ ਜੀ, ਕਿਸੇ ਵੀ ਸੂਬੇ ਦੀ ਗੱਲ ਕਰੀਏ ਤਾਂ ਉੱਥੇ ਦੇ ਬਿਜਲੀ ਬੋਰਡ, ਬਿਜਲੀ ਨਿਗਮ ਜਾਂ ਕਾਰਪੋਰੇਸ਼ਨ ਦੇ ਜਿਹੜੇ ਵਿੱਤੀ ਹਾਲਾਤ ਹੈ ਉਹ ਬਹੁਤੇ ਵਧੀਆ ਨਹੀਂ ਹੈ। ਜੇਕਰ ਅਸੀਂ ਗੱਲ ਕਰੀਏ ਪੰਜਾਬ ਪਾਵਰਕੌਮ ਦੀ, ਤਾਂ ਇਹ ਵੀ ਜਿਹੜਾ ਹੈ ਇਸ ਟਾਈਮ ਘਾਟੇ 'ਚ ਚੱਲ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਕਾਰਨ ਕੀ ਨੇ ਅਤੇ ਇਸ ਘਾਟੇ ਨੂੰ ਕਿਵੇਂ ਪੂਰਿਆ ਜਾ ਸਕਦਾ। ਦੇਖੋ, ਹੁਣ ਤਾਂ ਇਹਦੇ ਪਿੱਛੇ ਜਿਹੜੇ ਕਾਰਨਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਬਿਜਲੀ ਬੋਰਡ ਜਾਂ ਪਾਵਰਕੌਮ ਕਿਉਂ ਘਾਟੇ 'ਚ ਨੇ, ਹੁਣ ਤਾਂ ਲੁਕੀ ਛਿਪੇ ਨਹੀਂ ਰਹਿ ਗਈ, ਕਿਉਂਕਿ ਪਿਛਲੇ ਟਾਈਮਾਂ ਦੇ ਵਿੱਚ ਲੋਕਾਂ ਦੇ ਵਿੱਚ ਅਵੇਅਰਨੈਸ ਬੜੀ ਆਈ ਹੈ। ਹੁਣ ਤਾਂ ਬੱਚਾ ਜਾਣਦਾ ਹੈ ਕਿ ਇਸ ਸਮੱਸਿਆ ਦੀ ਜਿਹੜੀ ਮੂਲ ਜੜ੍ਹ ਹੈ ਉਹ ਕਿੱਥੇ ਹੈ। ਕਿ ਜਿਸ ਤਰ੍ਹਾਂ ਗੱਠਜੋੜ ਸਰਕਾਰ ਨੇ ਆਪਣੇ ਟਾਈਮ ਦੇ ਵਿੱਚ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਸੀਗੇ ਉਹ ਅੱਜ ਸਟੇਟ ਨੂੰ ਕਿੰਨੇ ਮਹਿੰਗੇ ਪੈ ਰਹੇ ਨੇ, ਇਹ ਤਾਂ ਹਰ ਬੱਚਾ ਜਾਣੂ ਹੈ। ਹਰ ਘਰ ਹੈ ਜਿਹੜਾ ਉਹ ਇਸ ਪਿੱਛੇ ਜਿਹੜੀ ਜੁੜੀ ਕਹਾਣੀ ਹੈ ਉਸ ਨੂੰ ਜਾਣਦਾ ਹੈਗਾ। ਤਾਂ ਕੈਪਟਨ ਸਰਕਾਰ ਜਦੋਂ ਹੋਂਦ 'ਚ ਆਈ ਸੀ ਤਾਂ ਚੋਣਾਂ ਵੇਲੇ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੈ ਇਹਨਾਂ ਦਾ ਰਿਵਿਊ ਹੋਏਗਾ, ਅਗਰ ਇਹ ਕੋਈ ਗਲਤੀ ਪਾਈ ਗਈ ਤਾਂ ਇਸ ਨੂੰ ਰੱਦ ਕਰਾਂਗੇ। ਪਰ ਸਾਡੀ ਸਟੇਟ ਗੌਰਮੈਂਟ ਤੁਸੀਂ ਦੇਖਦੇ ਹੋ ਕਿ ਇਹਨੂੰ ਰੱਦ ਕਰਨ ਤੋਂ ਪਾਸਾ ਵੱਟ ਲਿਆ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ, ਅਤੇ ਅੱਜ 4 ਸਾਲ ਤੋਂ ਉੱਪਰ ਦਾ ਅਰਸਾ ਜਿਹੜਾ ਹੋ ਚੁੱਕਾ ਹੈ, ਵਾਈਟ ਪੇਪਰ ਨਹੀਂ ਜਾਰੀ ਹੋਇਆ। ਫਿਰ ਤੁਹਾਡੇ ਚੇਤੇ ਹੋ ਗਿਆ ਕਿਹਾ ਸੀ ਕਿ ਅਸੀਂ ਥਰਡ ਪਾਰਟੀ ਆਡਿਟ ਕਰਾਇਆ ਜਾਏਗਾ, ਅੱਜ ਆਡਿਟ ਕਿੱਥੇ ਕਰਾਇਆ ਗਿਆ, ਉਹਦੀ ਕੋਈ ਰਿਪੋਰਟ ਸਾਡੇ ਸਾਹਮਣੇ ਨਹੀਂ ਆਈ। ਤਾਂ ਇਹ ਵੱਡੇ ਕਾਰਨ ਹੈ, ਕਿਉਂਕਿ ਅਸੀਂ ਇੱਕ ਲੋੜੋਂ ਵੱਧ ਕੈਪੈਸਿਟੀ ਦੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ, ਲੋੜੋਂ ਵੱਧ ਮਿਆਦ ਦੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ, ਜਿਹਦੀ ਬਦੌਲਤ ਅੱਜ ਬਿਜਲੀ ਹੈ ਜਿਹੜੀ ਉਹ ਛੜਾਪੇ ਮਾਰ ਕੇ ਵੱਧ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਚੋਣ ਵਾਲਾ ਵਰ੍ਹਾ ਹੋਣ ਕਰਕੇ ਹੁਣ ਜਿਹੜੇ ਬਿਜਲੀ ਦੀਆਂ ਦਰਾਂ ਹੈ ਉਹਨਾਂ 'ਚ ਕਟੌਤੀ ਕੀਤੀ ਗਈ ਹੈ। ਇਹ ਹਮੇਸ਼ਾ ਹੀ ਹੁੰਦਾ ਆਇਆ ਕਿ ਜਦੋਂ ਚੋਣਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ ਜਾਂਦੀਆਂ ਨੇ, ਚੋਣਾਂ ਖਤਮ ਹੁੰਦੀਆਂ ਨੇ, ਨਵੀਂ ਸਹੁੰ ਚੁੱਕੀ ਜਾਂਦੀ ਹੈ ਤਾਂ ਬਿਜਲੀ ਦੇ ਰੇਟ ਹੈ ਜਿਹੜੇ ਇੱਕਦਮ ਵਧਣੇ ਸ਼ੁਰੂ ਹੋ ਜਾਂਦੇ ਨੇ। ਅਤੇ ਇਹਦੇ ਵਿੱਚ ਇਕਸਾਰਤਾ ਨਹੀਂ, ਯੂਨੀਫਾਰਮਿਟੀ ਹੋਣੀ ਚਾਹੀਦੀ ਹੈਗੀ ਹੈ। ਔਰ ਵੱਡੀ ਗੱਲ ਹੈ ਜਿਹੜੀ ਜਿੱਥੇ ਤੱਕ ਜੜ ਦੀ ਗੱਲ ਕਰਦੇ ਸੀ, ਇੱਕ ਵੱਡੀ ਗੱਲ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਇੰਨੀ ਜ਼ਿਆਦਾ ਵੱਧ ਗਈ ਹੈਗੀ ਹੈ। ਹਰ ਫੈਸਲਾ ਪੋਲੀਟੀਕਲੀ ਹੁੰਦਾ ਹੈਗਾ, ਚਾਹੇ ਕੋਈ ਗ੍ਰਿਡ ਲੱਗਣਾ ਹੈ, ਟਰਾਂਸਫਾਰਮਰ ਰੱਖਿਆ ਜਾਣਾ ਹੈ, ਉਹਦੇ ਲਈ ਵੀ ਪੋਲੀਟੀਕਲ ਅਪਰੋਚ ਦੀ ਲੋੜ ਪੈਂਦੀ ਹੈਗੀ ਹੈ। ਤਾਂ ਪੋਲੀਟੀਕਲ ਇੰਟਰਫੇਰੈਂਸ ਜਿੰਨੀ ਵੱਧਦੀ ਗਈ ਹੈ ਇਹਨਾਂ ਅਦਾਰਿਆਂ ਦੇ ਵਿੱਚ, ਚਾਹੇ ਪਾਵਰਕੌਮ ਹੈ ਚਾਹੇ ਹੋਰ ਕੋਈ ਕਾਰਪੋਰੇਸ਼ਨ ਹੈ, ਉਹਨਾਂ ਜਿਹੜਾ ਬੁਰਾ ਹਾਲ ਹੁੰਦਾ ਕਿ ਕੋਈ ਪੋਲੀਟੀਕਲ ਲੋਕਾਂ ਨੇ, ਸਿਆਸਤਦਾਨਾਂ ਨੇ ਉਹਨਾਂ ਅਦਾਰਿਆਂ ਨੂੰ ਆਪਣੇ ਪੋਲੀਟੀਕਲ ਲਾਹੇ ਲਈ ਵਰਤਣਾ ਹੁੰਦਾ ਹੈ। ਪੋਲੀਟੀਕਲ ਪਲੇਟਫਾਰਮ 'ਤੇ ਖੜ੍ਹ ਕੇ ਫੈਸਲੇ ਲਏ ਜਾਂਦੇ, ਨਾ ਕਿ ਲੋਕਾਂ ਦੇ ਨਜ਼ਰੀਏ ਤੋਂ ਫੈਸਲੇ ਲਏ ਜਾਂਦੇ। ਸੁਸਾਇਟੀ, ਪਿੰਡ, ਸ਼ਹਿਰ ਕੀ ਚਾਹੁੰਦੇ ਨੇ ਕਿ ਇੱਥੇ ਬਿਜਲੀ ਦੇ ਸੁਧਾਰ ਦੀ ਲੋੜ ਹੈ, ਇੱਦਾਂ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਲੱਗਦਾ ਕਿ ਇੱਥੇ ਵੋਟ ਬੈਂਕ ਪੱਕਾ ਹੋਏਗਾ, ਉੱਥੇ ਗ੍ਰਿਡ ਬਣਾ ਦਿਓ, ਉੱਥੇ ਨਵੇਂ ਟਰਾਂਸਫਾਰਮਰ ਲਾ ਦਿਓ, ਉੱਥੇ ਪਾਵਰ ਰਿਫਾਰਮ ਕਰ ਦਿਓ। ਇਸ ਕਿਸਮ ਦਾ
ਇਸ ਚੀਜ਼ ਨੂੰ ਘਟਾਇਆ ਜਾਣ ਦੀ ਲੋੜ ਹੈਗੀ ਹੈ। ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਪ੍ਰੋਫੈਸ਼ਨਲਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਦੇ ਬਿਜਲੀ ਬੋਰਡ ਦਾ CMD ਨਹੀਂ ਲਾਇਆ ਜਾਂਦਾ। ਬਹੁਤ ਰੇਅਰ ਹੁੰਦਾ ਹੈ ਕਿ ਜਿੱਥੇ ਪਿੱਛੇ ਤੁਹਾਡੇ ਚੇਤੇ ਹੋਏਗਾ ਕਿ ਬਲਦੇਵ ਸਿੰਘ ਸਰਾਂ ਹੋਰਾਂ ਨੂੰ ਲਾਇਆ ਸੀਗਾ। ਤਾਂ ਉਹ ਇੱਕ ਜਿਹੜਾ ਪ੍ਰੋਫੈਸ਼ਨਲ ਹੁੰਦਾ ਦੀ ਫਿਰ ਵੀ ਕਿਤੇ ਨਾ ਕਿਤੇ ਇੱਕ ਇਮੋਸ਼ਨਲ ਅਟੈਚਮੈਂਟ ਉਸ ਅਦਾਰੇ ਨਾਲ ਜੁੜੀ, ਇੰਸਟੀਟਿਊਸ਼ਨ ਨਾਲ ਜੁੜੀ ਵੀ ਹੁੰਦੀ ਹੈ। ਤਾਂ ਉਹ ਇਸ ਤਰ੍ਹਾਂ ਦੀ ਲੁੱਟਣੀ ਪੈਂਦੀ ਹੈਗੀ ਹੈ। ਤਾਂ ਪਾਵਰਕੌਮ ਪਿਛਲੇ 2-3 ਸਾਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਸੀ ਉਹ ਠੀਕ ਵੀ ਹੋਈ ਸੀ, ਪਰ ਪੋਲੀਟੀਕਲ ਲੋਕਾਂ ਨੂੰ ਵੀ ਬਾਰਾ ਨਹੀਂ ਖਾਂਦਾ ਕਿ ਉਹ ਹਮੇਸ਼ਾ ਹੀ ਜਾਂ ਤਾਂ ਕੋਈ ਪੋਲੀਟੀਕਲ ਬੰਦੇ ਨੂੰ ਚੇਅਰਮੈਨ ਲਾਇਆ ਜਾਂਦਾ ਹੈ ਅਤੇ ਜਾਂ ਫਿਰ ਕਿਸੇ IAS ਦੇ ਹੱਥ ਉਸ ਦੀ ਬਾਂਗ ਡੋਰ ਸੌਂਪ ਦਿੱਤੀ ਜਾਂਦੀ ਹੈ। ਅਤੇ IAS ਨੂੰ ਉਸ ਤਰ੍ਹਾਂ ਦਾ ਉਹਦੇ ਨਾਲ ਅਦਾਰੇ ਨਾਲ ਪ੍ਰੇਮ ਨਹੀਂ ਰਹਿੰਦਾ, ਪਿਆਰ ਨਹੀਂ ਰਹਿੰਦਾ। ਇਸ ਤਰ੍ਹਾਂ ਇਸ ਤੋਂ ਅੱਗੇ ਜਾ ਕੇ ਦੇਖੀਏ ਤਾਂ ਬਿਜਲੀ ਚੋਰੀ, ਇਹ ਬਹੁਤ ਵੱਡਾ ਅਦਾਰਿਆਂ ਦਾ ਵਿੱਚ ਕਮੀ ਹੈਗੀ ਹੈ ਕਿ ਬਿਜਲੀ ਚੋਰੀ ਉਸ ਤਰੀਕੇ ਨਾਲ ਰੋਕੀ ਨਹੀਂ ਜਾਂਦੀ, ਬਲਕਿ ਬਿਜਲੀ ਚੋਰੀ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਹੈ। ਜਿਹੜੇ ਸਾਡੇ ਸਿਆਸੀ ਲੋਕ ਹੈ, ਪਿਛਲੀਆਂ ਚੋਣਾਂ 'ਚ ਅਸੀਂ 1-2 ਭਾਸ਼ਣ ਹੈ ਜਿਹੜੇ ਪੱਟੀ ਬਲਟੋਆ ਹਲਕੇ ਦੇ ਵਿੱਚ ਸੁਣਦੇ ਰਹੇ ਹਾਂ, ਜਿਹਦੇ ਵਿੱਚ ਲੀਡਰ ਇਹ ਕਹਿੰਦੇ ਰਹੇ ਨੇ, ਸ਼ਰੇਆਮ ਸਟੇਜਾਂ ਤੋਂ ਕਹਿੰਦੇ ਰਹੇ ਨੇ ਕਿ ਅਗਰ ਸਾਡੀ ਸਰਕਾਰ ਨੂੰ ਤੁਸੀਂ ਸਰਕਾਰ ਬਣਾਓਗੇ, ਸਾਨੂੰ ਵੋਟਾਂ ਪਾਓਗੇ ਤਾਂ ਤੁਸੀਂ ਖੁੱਲ੍ਹੀਆਂ ਕੁੰਡੀਆਂ ਲਾ ਸਕੋਗੇ। ਅਸੀਂ ਤਾਂ ਤੁਹਾਨੂੰ ਮੋਟੀਵੇਟ ਕਰ ਰਹੇ ਹਾਂ ਬਿਜਲੀ ਚੋਰੀ ਨੂੰ, ਥੈਫਟ ਨੂੰ ਰੋਕਣ ਦੀ ਥਾਂ। ਬਾਰਡਰ ਏਰੀਏ ਦੇ 'ਚ 6 ਡਿਵੀਜ਼ਨਾਂ ਇਹੋ ਜਿਹੀਆਂ ਨੇ ਜਿੱਥੇ 40% ਤੋਂ ਲੈ ਕੇ 75% ਤੱਕ ਬਿਜਲੀ ਚੋਰੀ ਹੁੰਦੀ ਹੈ। ਤਾਂ ਇਸ ਕਿਸਮ ਦੇ ਬਹੁਤ ਸਾਰੇ ਕਾਰਨ ਹੈ। ਸਬਸਿਡੀ ਹੈ, ਸਰਕਾਰਾਂ ਟਾਈਮਲੀ ਸਬਸਿਡੀ ਨਹੀਂ ਪੇ ਕਰਦੀਆਂ। ਤਾਂ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਣਾ ਜ਼ਰੂਰੀ ਹੈ। ਅਗਰ ਇਹਨਾਂ ਅਦਾਰਿਆਂ ਨੂੰ ਅਸੀਂ ਪੈਰਾਂ ਸਿਰ ਕੱਢਣਾ ਹੈ, ਚੰਗਾ ਬਣਾਉਣਾ ਹੈਗਾ, ਤਾਂ ਇਹ ਚੀਜ਼ਾਂ ਨੂੰ ਰੋਕਣਾ ਹੋਏਗਾ। ਨਵੇਂ ਰਿਫਾਰਮ ਸਾਨੂੰ ਕਰਨੇ ਪੈਣਗੇ, ਨਵੇਂ ਸਖਤ ਫੈਸਲੇ ਲੈਣੇ ਪੈਣਗੇ, ਲੋਕਾਂ ਦੀ ਨਜ਼ਰ ਤੋਂ, ਸਮਾਜ ਦੀ ਨਜ਼ਰ ਤੋਂ, ਸਟੇਟ ਦੀ ਨਜ਼ਰ ਤੋਂ, ਨਾ ਕਿ ਅਸੀਂ ਪੋਲੀਟੀਕਲ ਨਜ਼ਰ ਤੋਂ ਇੱਦਾਂ ਦਾ ਇਸ ਚੀਜ਼ਾਂ ਨੂੰ ਦੇਖਾਂਗੇ। ਤਾਂ ਜਿੱਥੇ ਪਾਵਰ ਸੈਕਟਰ ਸਾਡੇ ਤਰੱਕੀ ਦੇ ਵਿੱਚ, ਉੱਨਤੀ ਦੇ ਵਿੱਚ ਐਡੀ ਅਹਿਮ ਭੂਮਿਕਾ ਪਲੇ ਕਰਦਾ ਹੈ, ਅਤੇ ਉੱਥੇ ਐਗਰੀਕਲਚਰ ਸੈਕਟਰ ਵੀ ਬਹੁਤ ਵੱਡੀ ਭੂਮਿਕਾ ਪਲੇ ਕਰਦਾ। ਹੁਣ ਜਿਵੇਂ ਕਰੋਨਾ ਦੇ ਵਿੱਚ ਅਸੀਂ ਦੇਖਿਆ ਹੈਗਾ, ਚਾਹੇ ਸੈਂਟਰ ਸਰਕਾਰ ਨੇ ਖੇਤੀ ਕਾਨੂੰਨ ਬਣਾਤੇ, ਸਾਡੇ ਕਿਸਾਨ ਹੈ ਜਿਹੜੇ 6.5 ਮਹੀਨੇ ਤੋਂ ਬੈਠੇ ਨੇ ਦਿੱਲੀ ਦੀਆਂ ਬਰੂਹਾਂ 'ਤੇ, ਇਸ ਦੇ ਬਾਵਜੂਦ ਕਿਸਾਨਾਂ ਨੇ ਆਪਣਾ ਫਰਜ਼ ਨਿਭਾਇਆ। ਸਾਡੇ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਕਣਕ ਦੀ ਰਿਕਾਰਡ ਪ੍ਰੋਡਕਸ਼ਨ ਹੋਈ ਹੈ, ਅੱਛੀ ਜੀਲਡ ਆਈ ਹੈ, ਅਸੀਂ ਫਿਰ ਕਿਸਾਨ ਨੇ ਫਿਰ ਵੀ ਆਪਣਾ ਰੋਲ ਪਲੇ ਕੀਤਾ ਹੈ, ਅਸੀਂ ਆਪਣੇ ਗੋਦਾਮ ਭਰੇ ਹੈ। ਅੱਜ ਜੇ ਸੈਂਟਰ ਗੌਰਮੈਂਟ ਇਹ ਟਾਰਾ ਮਾਰਦੀ ਹੈਗੀ ਕਿ ਅਸੀਂ ਦੀਵਾਲੀ ਤੱਕ ਜਿਹੜਾ ਅਨਾਜ ਹੈ ਜਿਹੜਾ ਮੁਫਤ ਦੇ ਦਾਂਗੇ, ਉਹ ਕਿਹਦੀ ਬਦੌਲਤ ਹੈ? ਜੇ ਸਮੁੱਚੇ ਅਰਥਚਾਰੇ ਨੂੰ ਇੱਕ ਠੁੰਮਣਾ ਦਿੱਤਾ ਹੈ ਇਹੋ ਜਿਹੇ ਕ੍ਰਾਈਸਿਸ ਦੇ ਮੌਕੇ ਦੇ ਵਿੱਚ, ਤਾਂ ਉਹ ਐਗਰੀਕਲਚਰ ਸੈਕਟਰ ਹੈ। ਤਾਂ ਕਿਸਾਨਾਂ ਨੂੰ ਸਾਡੀ ਸੈਂਟਰ ਗੌਰਮੈਂਟ ਨੇ ਇੱਕ ਸ਼ਾਬਾਸ਼ ਤਾਂ ਕੀ ਦੇਣੀ ਸੀ, ਉਲਟਾ ਕੀ ਕਿ ਇਸ ਕਿਸਮ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਕਿਸਾਨਾਂ ਦੇ ਮਨਾਂ ਦੇ ਵਿੱਚ ਹੋਰ ਤੌਖਲੇ ਪੈਦਾ ਕੀਤੇ ਜਾ ਰਹੇ ਨੇ ਕਿ ਤੁਹਾਡੀ ਖੇਤੀ ਸਬਸਿਡੀ ਖਤਮ ਕਰ ਦਿਆਂਗੇ, ਤੁਹਾਡੀ ਖੇਤੀ ਦੀਆਂ ਮੋਟਰਾਂ 'ਤੇ ਜਿਹੜੇ ਮੀਟਰ ਲਗਾ ਦੇਵਾਂਗੇ। ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਹੈ ਜਾਂ ਸਾਡੀਆਂ ਕਿਸਾਨ ਧਿਰਾਂ ਜਿਹੜੇ ਸੈਂਟਰ ਦੇ ਇਹ ਯੋਜਨਾਵਾਂ ਹੈ ਉਹਨਾਂ ਨੂੰ ਸਿਰੇ ਚੜ੍ਹਨ ਦੇਣਗੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।